फिर ये भी क्या कि जन्म जिस जिस जोनिया तो आए है, कई जन्म भय कीट पतंगा। ਅਸੀਂ ਕੀਟ ਪਤੰਗੇ ਜਿਹੜੇ ਆਪਾਂ ਤਿਤਲੀ ਜਾਂ ਜਿਹੜੇ ਮੱਛਰ ਇਹ ਸਭ ਦੇਖਦੇ ਹਾਂ, ਅਸੀਂ ਇਹ ਵੀ ਸਰੀਰ ਅਸੀਂ ਧਾਰਿਆ ਹੈ ਇਸ ਆਤਮਾ ਨੇ। ਤੇ ਕਿੱਥੋਂ ਦੀ ਤੁਰੇ ਕਿੱਥੇ ਤੱਕ ਪਹੁੰਚੇ। ਤੇ ਅਸੀਂ ਸੋਚ ਸਕਦੇ ਹਾਂ ਕਿ ਆਪਾਂ ਜਿਹੜੀ ਇਸ ਮਹਿਫਿਲ 'ਚ ਬੈਠੇ ਹਾਂ, ਕੀ ਇਹ ਮਹਿਫਿਲ ਸਾਡੀ ਹੈ, ਕੀ ਇਹ ਟੌਪਿਕ ਸਾਡਾ ਹੈ, ਜਾਂ ਸਾਨੂੰ ਉਹੀ ਜਿਸ ਵੀ ਧਰਮ ਦੇ ਨਾਲ ਜੁੜਿਆ ਸਾਨੂੰ ਉਹੀ ਗੱਲਾਂ, ਉਹੀ ਤਰੀਕਾ, ਉਹੀ ਸੈਟਅਪ ਚਾਹੀਦਾ। ਨਹੀਂ, ਆਧਿਆਤਮਿਕ ਚੈਪਟਰ ਧਰਮੀਆਂ ਦਾ ਨਹੀਂ ਹੋ ਸਕਦਾ। ਧਾਰਮਿਕ ਲੋਕਾਂ ਦਾ ਚੈਪਟਰ ਅਧਿਆਤਮਿਕ ਉਹਨਾਂ ਨੂੰ ਚੈਪਟਰ ਚੰਗਾ ਨਹੀਂ ਲੱਗੇਗਾ। ਜੋ ਹਿੰਦੂ ਧਰਮ ਨਾਲ ਬਿਲੋਂਗ ਕਰਦਾ ਹੈ ਉਹ ਜਿੱਥੇ ਵੀ ਜਾਏਗਾ ਉਹੀ ਚੀਜ਼ਾਂ ਨੂੰ ਭਾਲੇਗਾ। ਪਰ ਅਧਿਆਤਮਿਕ ਹੋਣ ਦੇ ਵਿੱਚ ਉਹ ਚੀਜ਼ਾਂ ਨੂੰ ਭਾਲਣ ਦੇ ਬਜਾਏ ਉਹ ਦੇਖ ਲਈਏ ਜੋ ਸਾਨੂੰ ਉਸ ਰੱਬ ਤੱਕ ਪਹੁੰਚਾਏਗਾ। ਕੀ ਕਹਿੰਦੇ, ਕਲਯੁਗ ਕੇਵਲ ਨਾਮ ਆਧਾਰਾ। ਤੇ ਨਾਮ ਆਧਾਰ ਭਾਵ ਆਧਾਰ ਇਸ ਆਤਮਾ ਦਾ ਜੋ ਖਾਣਾ ਹੈ, ਜਿਵੇਂ ਕਹਿੰਦੇ ਨਾ ਆਧਾਰ ਭਾਵ ਜੋ ਇਹ ਖਾਣਾ ਹੈ, ਇਹ ਸਰੀਰ ਦਾ ਖਾਣਾ ਕੀ ਹੈ ਜੋ ਅਸੀਂ ਅਨਾਜ ਖਾਂਦੇ ਹਾਂ, ਉਹ ਸਰੀਰ ਦਾ ਖਾਣਾ। ਮਨ ਦਾ ਖਾਣਾ ਕੀ ਹੈ, ਜੋ ਅਸੀਂ ਆਪਣੇ ਵਿਚਾਰ, ਸਾਡੇ ਅੰਦਰ ਜੋ ਸੋਚ ਉਤਪੰਨ ਹੁੰਦੀ ਹੈ, ਮਨ ਦੇ ਵਿਚਾਰ ਅਸੀਂ ਆਪਣੇ ਭੈੜੇ ਦੇ ਰਹੇ ਹਾਂ, ਮਨ ਨੂੰ ਮਾੜਾ ਕਰ ਲਿਆ, ਜੋ ਖੁਰਾਕ ਦੇ ਰਹੇ ਹਾਂ। ਜੈਸਾ ਖਾਈਏ ਅੰਨ ਤੈਸਾ ਹੋ ਜਾਏ ਮਨ। ਮਨ ਅੰਦਰੋਂ ਅਗਰ ਭੈੜਾ ਹੋ ਚੁੱਕਾ ਹੈ, ਕਿਉਂ ਹੋਇਆ, ਉਹਨੂੰ ਅਸੀਂ ਹੈਲਦੀ ਕੀਤਾ, ਉਹੋ ਜਿਹੀ ਖੁਰਾਕ ਦੇ ਕੇ ਉਹ ਖੁਰਾਕ ਦਿੱਤੀ। ਤੇ ਅਸੀਂ ਸਰੀਰ ਨੂੰ ਖੁਰਾਕ ਦੇ ਦਿੱਤੀ, ਮਨ ਨੂੰ ਖੁਰਾਕ ਦੇ ਦਿੱਤੀ, ਕਦੀ ਆਤਮਾ ਨੂੰ ਖੁਰਾਕ ਦਿੱਤੀ। ਆਤਮਾ ਦੀ ਖੁਰਾਕ ਕੀ ਹੈ? ਕਲਯੁਗ ਕੇਵਲ ਨਾਮ ਆਧਾਰਾ, ਸਿਮਰ ਸਿਮਰ ਨਰ ਉਤਰਸ ਪਾਰਾ। ਹੁਣ ਆਪਣੇ ਆਪ ਤੋਂ ਸਵਾਲ ਕਰਕੇ ਦੇਖੀਏ ਕਿ ਸਾਡੇ ਜੀਵਨ 'ਚ ਕੋਈ ਸਿਮਰਨ ਹੈ? ਕਿਸੇ ਵੀ ਰੂਪ ਦੇ ਵਿੱਚ ਸਿਮਰਨ ਹੈ? ਚਾਹੇ ਵਾਹਿਗੁਰੂ ਕਹਿ ਲਈਏ, ਚਾਹੇ ਅੱਲਾ ਕਹਿ ਲਈਏ, ਚਾਹੇ ਓਮ ਕਹਿ ਲਈਏ, ਚਾਹੇ ਕਿਸੇ ਵੀ ਗੁਰੂ ਦਾ ਨਾਂ ਲੈ ਲਈਏ, ਚਾਹੇ ਧੰਨ ਗੁਰੂ ਕਹਿ ਲਈਏ, ਕਿ ਸਾਡੇ ਜੀਵਨ ਦੇ ਵਿੱਚ ਸਿਮਰਨ ਹੈ? ਤੇ ਸਿਮਰਨ ਜਦੋਂ ਨਹੀਂ ਹੈ, ਉਹ ਸਿਮਰਨ ਹੈ ਖੁਰਾਕ ਸਾਡੀ ਆਤਮਾ ਦੀ, ਭਾਵ ਸਾਡੀ ਖੁਰਾਕ ਹੈ। ਤੇ ਸਰੀਰ ਤੰਦਰੁਸਤ ਰੱਖਣ ਦੇ ਵਾਸਤੇ ਜਿੱਦਾਂ ਸਾਨੂੰ ਖਾਣੇ ਦੀ ਲੋੜ ਹੈ, ਉਸੇ ਤਰੀਕੇ ਨਾਲ ਆਤਮਾ ਨੂੰ ਬਲਵਾਨ ਕਰਨ ਵਾਸਤੇ, ਆਤਮਾ ਨੂੰ ਇਸ ਕਾਲ ਤੋਂ, ਚਾਹੇ ਮਨ ਰੂਪ ਕਹਿ ਲਈਏ, ਮਾਇਆ ਰੂਪ ਕਹਿ ਲਈਏ, ਇਸ ਤੋਂ ਬਚਾਉਣ ਦੇ ਵਾਸਤੇ ਇਸ ਆਤਮਾ ਨੂੰ ਸਟਰੈਂਥ ਦੇਣੀ ਪਏਗੀ, ਸਟਰੋਂਗ ਕਰਨਾ ਪਏਗਾ, ਆਤਮਾ ਨੂੰ ਸਟਰੋਂਗ ਹੋਣਾ ਪਏਗਾ। ਤੇ ਜਿਹੜੀ ਆਤਮਾ ਬਲਵਾਨ ਹੈਗੀ ਹੈ, ਉਹ ਕਦੀ ਵੀ ਕਿਸੇ ਦੇ ਕੋਲੋਂ ਹਾਰ ਨਹੀਂ ਸਕਦੀ। ਔਰ ਹਾਰੇ ਵੀ ਕਿਉਂ? ਜਦ ਉਹਦਾ ਹੀ ਅੰਸ਼ ਹੈ ਜਿਹਨੂੰ ਅਸੀਂ ਪਰਮਾਤਮਾ ਕਹਿੰਦੇ ਹਾਂ। ਤੇ ਪਰਮਾਤਮਾ ਦਾ ਅੰਸ਼ ਭਾਵ ਇਲਾਕੇ ਦਾ ਰਾਜਾ ਹੋਵੇ, ਰਾਸ਼ਟਰਪਤੀ ਹੋਵੇ, ਉਹਦੀ ਸੰਤਾਨ ਹੋਵੇ, ਤੇ ਉਹ ਸੰਤਾਨ ਹੋਣ ਤੋਂ ਬਾਵਜੂਦ ਵੀ ਆਮ ਜੀਵਾਂ ਦੇ ਕੋਲੋਂ ਧੱਕੇ ਸਹੀ ਜਾਵੇ, ਆਮ ਜੀਵਾਂ ਤੋਂ ਹਾਰੀ ਜਾਵੇ, ਉਹ ਗੱਲ ਨਹੀਂ ਬਣਦੀ। ਤੋ ਇਹ ਜੋ ਆਤਮਾ ਹੈ, ਜੋ ਅਸੀਂ ਆਪਣੇ ਆਪ ਦੇ ਵਿੱਚ ਹਾਂ, ਕਿਉਂ ਹਾਰੇ ਹੋਏ ਨੇ ਜੀਵਨ ਦੇ ਵਿੱਚ? ਇਸ ਕਰਕੇ ਹਾਰੇ ਹਾਂ ਕਿਉਂਕਿ ਅਸੀਂ, ਹੁੰਦਾ ਨਾ ਜਿੱਦਾਂ ਖੇਤ ਹੈ, ਫਸਲ ਬੀਜੀ ਹੈ, ਪਾਣੀ ਨਾ ਦਈਏ, ਖਾਦ ਨਾ ਪਾਈਏ, ਤਰੀਕੇ ਨਾਲ ਉਹਦਾ ਖਿਆਲ ਨਾ ਕਰੀਏ, ਤੇ ਜਿਹੜੀ ਫਸਲ ਹੈ ਉਹ ਸੁੱਕਣ ਲੱਗ ਜਾਏਗੀ, ਫਸਲ ਮਰ ਜਾਏਗੀ। ਉਸੇ ਤਰੀਕੇ ਨਾਲ ਅਸੀਂ ਇਸ ਆਤਮਾ ਨੂੰ ਜੋ ਕਮਜ਼ੋਰ ਕੀਤਾ, ਇਸ ਆਤਮਾ ਦਾ ਜਿਹੜਾ ਖਾਣਾ ਸੀ, ਦੇਖੋ ਨਾ, ਅਸੀਂ ਹੁਣ ਗੁਰੂ ਘਰਾਂ ਦੇ ਵਿੱਚ ਉਸ ਤਰੀਕੇ ਨਾਲ ਨਹੀਂ ਜਾਂਦੇ ਜਿੱਦਾਂ ਪਹਿਲਾਂ ਜਾਂਦੇ ਸੀ। ਸਾਡੇ ਮਾਤਾ ਪਿਤਾ, ਸਾਡੇ ਬਜ਼ੁਰਗਾਂ ਨੇ ਸਾਨੂੰ ਇਨਸਿਸਟ ਕੀਤਾ ਹੁੰਦਾ ਸੀ ਕਿ ਨਹੀਂ,
गुरुद्वारे मंदिर जाना ही जाना, फलाना पाठ करना ही करना है, गुरुद्वारे जाके ये काम करना है, मंदिर जाके इदां करना है। हुण असीं देखो कि असीं उस तरीके नाल जांदे हां या असीं अपनी जिहड़ी फ्यूचर जनरेशन है कि असीं उन्हां नूं उस तरीके नाल सिक्ख्या दे रहे हां। ते असीं जिहड़ा नुकसान देख रहे हां ये ਉਹ नुकसान देख रहे हैं जिहड़ा अजे साडे माता पिता ने बीज जिहड़ा बोया सी ਉਹਨੂੰ अजे वैल ਉਹਦੀ रूट अजे ਜ਼ਮੀਨ ਦੇ ਵਿੱਚ ਚੰਗੇ ਗੱਡ ਕੇ ਦਿੱਤੇ ਸੀ। ਉਸ ਤੋਂ ਬਾਅਦ ਸਾਨੂੰ ਇੰਨਾ ਨੁਕਸਾਨ, ਇੰਨਾ ਪਰੇਸ਼ਾਨੀਆਂ ਸਹਿਣੀਆਂ ਪੈ ਰਹੀਆਂ ਤੇ ਆਉਣ ਵਾਲੀ ਜਨਰੇਸ਼ਨ ਦਾ ਸੋਚ ਸਕਦੇ ਹਾਂ ਅਸੀਂ ਕੀ ਹਾਲ ਕੀਤਾ ਜਾਂ ਕੀ ਹਾਲ ਹੋਏਗਾ। ਹੁਣ ਤੋਂ ਹੀ ਅਸੀਂ ਹਾਰੇ ਹੋਏ ਹਾਂ ਇਹਨਾਂ ਦੇ ਅੱਗੇ, ਹੁਣ ਤੋਂ ਹੀ। ਤੇ तरीका बहुत अच्छा है, ब्लेम गेम बहुत अच्छी है, सेफ गेम खेलते हाँ। मदर है वो बच्चे को कुछ बोलेगी नहीं, फादर आप नहीं बोलेगा मैं नहीं बुरा बनना, मैं नहीं बुरा बनना। और की है जे फादर मदर को बोलेगा ये गल नहीं सुनता, इनू ये कह दो, तो मदर को सौखा जिहा तरीका माँ दे कोल, मेरी सुनता ही नहीं, मेरी सुनता ही नहीं। फादर भी यही कहे मेरी सुनता नहीं, तो फिर वो सुनेगा किहदी, तो कल वो साडी सुनेगा। असी आप अपने मूल तो टुट चुके हैं, सानू अपना मूल नहीं छड्डना चाहिए। असी चाहे असी धार्मिक सीगे, धार्मिक बने तो रहिंदे, उस धर्म तो अगे अगां असी किते पहुंच सकते सीगे, वो चीज़ां खत्म कर दित्तियां, वो चीज़ां साडे जीवन च नहीं रह गईयां ते जीवन लैके तुरे हाँ। अज इन्ना जरूर हुंदा उस रब दे घरों अगर धर्मी भी होए तो वैसे तो धर्मी हो नहीं सकते असी। कारण धर्म के बाबत गुरबाणी ने सानू समझाया, कहते कि धौल धर्म दया का पूत, संतोख थाप रखिया जिन सूत। वो जिहड़ा धौल धर्म, जिहड़ा धर्म है उन्होंने धौला बल्द किया गया। धौल सफेद, वो किहदा संतान है, किहदा बेटा है? दया दा, वो दया दा बेटा है धर्म। ते अपने जीवन दे विच असीं देखिए जे जिन्ना क रब दा, जिन्ना क पाठ पूजा जो भी असीं करते हाँ कि साडे अंदर दया उजागर हुई, कि साडे अंदर दूजिਆਂ दे वास्ते दया है। जे साडे अंदर वो दया नहीं है तो भुल जाइए दुनिया को भुलेखा देना, असी धर्मी हो ही नहीं। कारण जो तक माँ नहीं आएगी बेटा जन्म नहीं लै सकता। ये किद्दां हो सकता? साडे विच दया आई नहीं तो धर्मी किद्दां हो गए असी? माँ आई नहीं तो संतान पहला किद्दां आ सकती है? माँ नूं पहला आना पेगा। सानू दूजिਆਂ दे वास्ते साडे भीतर अंदर दया लियानी पेगी, और वो जदों दया आएगी हौले हौले धर्म की उजागर, धर्म प्रफुल्लित होना शुरू होएगा। तो जिस दिन धर्म अंदर उजागर हो गया असी रब वाल तुरना शुरू कर देवांगे। हुण सोचण की गल है कि असी रब रब क्यों कर रहे हैं? अपने आप तो पुछ ले कि असी रब पाना चाहते हैं? नहीं, ये झूठ है। तो जे रब ही नहीं पाना चाहते फिर असी जीवन च की जीवन जी रहे हैं? फिर सत्संग क्यों जीवन से जरूरी है? कोई भी धार्मिक स्थल, कोई भी धार्मिक ग्रंथ साडे जीवन से क्यों जरूरी है? इस करके कि असी डरते हाँ कि अगर ओदा सहारा नहीं लवांगे तो सानू जीवन से नुकसान हो जाएगा, या वो साडा नुकसान कर देगा जे असी ओदा नाम नहीं जपांगे। नहीं, इदां नहीं है, सच्चाई ये नहीं है। जीवन दे विच उजागर जागना पएगा, जीवन से निगाह मारनी पेगी और सैल्फ चैक करना पएगा कि असी शरीर हाँ या आत्मा, कि असी प्रेत आत्मा हाँ या आत्मा, कि असी धर्मात्मा हाँ या आत्मा, या महाआत्मा हाँ या आत्मा। और ये याद रखिए कि ये मनुखी जामा उस रब नूं मिलण वास्ते मिलिया, उस रब नूं पाण वास्ते मिलिया, ते ओनू जिन्हों असीं परम
ਆਤਮਾ ਕਹਿੰਦੇ ਹਾਂ, ਪਰਮਾਤਮਾ ਕਹਿੰਦੇ ਹਾਂ। ਤੇ ਜਿੱਦਣ ਉਹਨੂੰ ਮਿਲ ਜਾਵਾਂਗੇ ਤੇ ਅਸੀਂ ਫਿਰ ਮਹਾ ਆਤਮਾ ਤੋਂ ਉੱਪਰ ਪਰਮਾਤਮਾ ਹੋ ਜਾਂਦੇ ਹਾਂ ਆਪਣੇ ਆਪ ਦੇ ਵਿੱਚ। ਉਹਨੂੰ ਕਿਹਾ ਜਾਂਦਾ ਮੁਕਤ ਹੋਣਾ। ਸੂਰਜ ਕਿਰਨ ਮਿਲੇ ਜਲ ਕਾ ਜਲ ਹੁਆ ਰਾਮ। ਉਹ ਜਿਹੜੀ ਸੂਰਜ ਦੀ ਕਿਰਨ ਹੈ ਉਹ ਦੁਬਾਰਾ ਸੂਰਜ ਦੇ ਵਿੱਚ ਫਿਰ ਸਮਾ ਗਈ। ਉਹ ਜਿਹੜੀ ਬੂੰਦ ਸੀ ਪਾਣੀ ਦੀ ਉਹ ਸਮੁੰਦਰ ਦੇ ਵਿੱਚ ਜਦੋਂ ਮਿਲ ਗਈ, ਜਲ ਕਾ ਜਲ ਹੁਆ ਰਾਮ, ਉਸੇ ਦਾ ਰੂਪ ਹੋ ਗਈ। ਉਹ ਹੁੰਦਾ ਪਰਮਾਤਮਾ ਹੋਣਾ, ਪਰਮਾਤਮਾ ਹੋਣਾ। ਇੰਨੇ ਫਰਕ ਨੇ ਸਾਡੇ ਜੀਵਨ ਦੇ ਵਿੱਚ, ਇੰਨੀਆਂ ਚੀਜ਼ਾਂ ਨੇ ਜੋ ਅਸੀਂ ਭੁੱਲੇ ਬੈਠੇ ਹਾਂ। ਸੋ ਜੀਵਨ ਦੇ ਵਿੱਚ ਕੋਸ਼ਿਸ਼ ਕਰੀਏ ਅੰਦਰ ਆਪਣੇ ਦਇਆ ਭਾਵਨਾ, ਦੂਜਿਆਂ ਦੀ ਮਦਦ, ਇਨਸਾਨੀਅਤ ਦੀ ਗੱਲ, ਉਹ ਜਿਹੜੇ ਕੰਮ ਜਿਹੜੇ ਰੱਬ ਦੇ ਘਰ ਕਿਸੇ ਵੀ ਧਰਮ ਗ੍ਰੰਥ ਦੇ ਵਿੱਚ ਜਿਹੜੇ ਲਿਖੇ ਗਏ, ਜਿਹੜੇ ਕਹੇ ਗਏ ਕਰਨ ਨੂੰ, ਉਹ ਕੰਮ ਆਪਾਂ ਕਰਨੇ ਸ਼ੁਰੂ ਕਰ ਦਈਏ ਤੇ ਉਸ ਧਰਮ ਦੇ ਵਿੱਚ ਅਸੀਂ ਪ੍ਰਵਾਨੇ ਜਾਵਾਂਗੇ। ਉਸ ਧਰਮ ਦੇ ਵਿੱਚ ਪ੍ਰਵਾਨੇ ਜਾਵਾਂਗੇ। ਅਗਰ ਉਹਨਾਂ ਦਾ ਮੂਲ ਵੀ ਨਹੀਂ ਲੈ ਕੇ ਚੱਲਦੇ, ਉਹ ਤੋਂ ਬਾਅਦ ਜੀਵਨ ਦੇ ਵਿੱਚ ਅਸੀਂ ਜੋ ਮਰਜ਼ੀ ਕਰੀ ਜਾਈਏ। ਸੱਚ ਅਸੀਂ ਜਾਣਦੇ ਹਾਂ, ਗੁਰਬਾਣੀ ਨੇ ਤਾਂ ਹੀ ਕਿਹਾ, ਅੰਤਕਾਲ ਜੋ ਲక్ష్ਮੀ ਸਿਮਰੈ ਐਸੀ ਚਿੰਤਾ ਮੈਂ ਜੈ ਮਰੈ, ਮੇਰਾ ਪੈਸਾ 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 ਪੈਸਾ। ਤੇ ਅੰਤਕਾਲ ਜਿਹੜਾ ਜੀਵਨ ਭਰ ਪੈਸਾ 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 ਹੀ ਕਰਦਾ ਰਿਹਾ, ਅੰਤ ਸਮੇਂ ਦੇ ਵਿੱਚ ਉਹ ਰੱਬ ਦਾ ਨਾਂ ਨਹੀਂ ਲਏਗਾ। ਅੰਤ ਸਮੇਂ ਦੇ ਵਿੱਚ ਉਹ ਪੈਸੇ ਦੀ ਹੀ ਗੱਲ ਕਰੇਗਾ। ਤੇ ਅੰਤਕਾਲ ਜੋ ਲక్ష్ਮੀ ਸਿਮਰੈ ਐਸੀ ਚਿੰਤਾ ਮੈਂ ਜੈ ਮਰੈ, ਉਹਦੇ ਬਾਬਤ ਕਿਹਾ ਗਿਆ ਸਰਪ ਜੋਨ ਵੱਲ ਵੱਲ ਉਤਰੇ। ਬਾਰ ਬਾਰ ਉਹਨੂੰ ਸਰਪ ਦਾ ਜਨਮ ਲੈਣਾ ਪਏਗਾ, ਬਾਰ 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 ਬਾਰ। ਅੰਤਕਾਲ ਜੋ ਲੜਕਾ ਸਿਮਰੈ, ਮੇਰੇ ਬੱਚੇ, ਮੇਰੀ ਸੰਤਾਨ, ਮੇਰੇ ਪਰਿਵਾਰ, ਮੇਰਾ ਇੱਦਾਂ। ਅੰਤਕਾਲ ਜੋ ਲੜਕਾ ਸਿਮਰੈ ਐਸੀ ਚਿੰਤਾ ਮੈਂ ਜੈ ਮਰੈ, ਸੂਕਰ ਜੋਨ ਵੱਲ ਵੱਲ ਉਤਰੇ। ਸੂਰ ਦੀ ਜੋਨੀ, ਔਰ ਇੱਕ ਵਾਰ ਨਹੀਂ, ਵੱਲ ਵੱਲ ਬਾਰ 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 ਉਹੀ ਜੋਨੀਆਂ ਲੈਣੀਆਂ ਪੈਣਗੀਆਂ। ਪ੍ਰੇਤ ਜੋਨੀ ਦਾ ਦੱਸਦਾ, ਅੰਤਕਾਲ ਜੋ ਮੰਦਰ ਸਿਮਰੈ ਤੇ ਅੰਤਕਾਲ ਜੋ ਇਸਤਰੀ ਸਿਮਰੈ ਐਸੀ ਚਿੰਤਾ ਮੈਂ ਜੈ ਮਰੈ। ਜਿਹੜਾ ਕਾਮ ਵਾਸਨਾ ਦੇ ਵਿੱਚ ਲੁਪਤ ਹੈ ਰੋਜ਼ਾਨਾ, ਉਸੇ ਗੱਲਾਂ ਦੇ ਵਿੱਚ ਰੁੱਝਿਆ ਹੋਇਆ, ਵੇਸ਼ਿਆ ਜੋਨ ਵੱਲ ਵੱਲ ਉਤਰੈ। ਜਾਂ ਗੁਰਬਾਣੀ ਝੂਠ ਹੋ ਸਕਦੀ ਹੈ, ਤੇ ਜੇ ਗੁਰਬਾਣੀ ਸੱਚ ਹੈ ਤੇ ਫਿਰ ਉਹੋ ਜਿਹੀਆਂ ਗੱਲਾਂ ਅਸੀਂ ਨਾ ਸੁਣਨਾ ਚਾਹੁੰਦੇ ਨਾ ਮੰਨਦੇ ਹਾਂ। ਜੀਵਨ 'ਚ ਢਾਲੀਏ ਤੇ ਸਹੀ ਕਿ ਇਹ ਗੱਲ, ਇਹ ਕੀ ਸਮਝਾਇਆ ਜਾ ਰਿਹਾ, ਧਰਮ ਗ੍ਰੰਥਾਂ ਨੇ ਕੀ ਸਮਝਾਇਆ। ਮੈਂ ਜਾ ਕੇ ਉਹਨਾਂ ਦੇ ਸਾਹਮਣੇ ਨਤਮਸਤਕ ਹੋਣਾ, ਮੱਥਾ ਟੇਕਣਾ, ਉਹ ਗੱਲ ਨਹੀਂ ਬਣਦੀ। ਅੰਤਰ ਕੀ ਬਿਦ ਜਾਨੋ ਨਾਹੀ, ਕਿਆ ਹੋ ਸੀ ਸੀਸ ਨਿਵਾਏ, ਸਰ ਝੁਕਾ ਤੋ ਦਿਆ ਦਿਲ ਕਭੀ ਨਾ ਝੁਕਾ। ਤੇ ਅਸੀਂ ਉਹਨਾਂ ਗੱਲਾਂ ਦੇ ਹਿਸਾਬ ਨਾਲ ਤੇ ਨਹੀਂ ਕਿਤੇ ਜਾ ਕੇ ਨਤਮਸਤਕ ਹੁੰਦੇ। ਜੀਵਨ ਦੇ ਵਿੱਚ ਜਿਹੜੀਆਂ ਗੱਲਾਂ ਕਹੀਆਂ ਗਈਆਂ, ਸਮਝਾਈਆਂ ਗਈਆਂ, ਜੋ ਅਸੀਂ ਪੜ੍ਹ ਲਿਖੇ, ਉਹਨਾਂ ਨੂੰ ਜੀਵਨ 'ਚ ਢਾਲ ਲਈਏ। ਢਾਲਣ ਤੋਂ ਬਾਅਦ ਹੀ ਇਹ ਫਾਇਦਾ ਹੋਏਗਾ। ਕਿਸੇ ਧਰਮ ਨਾਲ ਜੁੜੇ ਹਾਂ, ਜੋ ਵੀ ਪਾਠ ਪੂਜਾ ਕਰਦੇ ਹਾਂ, ਉਸ ਧਰਮ ਦੀ ਪੁਸਤਕ ਹੈ ਜੋ ਸਾਨੂੰ ਗਿਆਨ ਦੇ ਰਹੀ। ਤੇ ਜਿਵੇਂ ਅਸੀਂ ਪਹਿਲੀ ਕਲਾਸ 'ਚ ਗਏ, ਪਹਿਲੀ ਕਲਾਸ ਦੀ ਪੁਸਤਕ ਪੜ੍ਹ ਲਈ, ਉਹ ਤੋਂ ਬਾਅਦ ਜਦੋਂ ਅਗਲੀ ਕਲਾਸ 'ਚ ਗਏ ਤੇ ਪਹਿਲੀ ਪੁਸਤਕ ਦੀ, ਪਹਿਲੀ ਕਕਸ਼ਾ ਦੀ, ਪਹਿਲੀ ਕਲਾਸ ਦੀ ਕਿਤਾਬ ਦੁਬਾਰਾ ਨਹੀਂ ਪੜ੍ਹਦੇ ਅਸੀਂ। ਤੇ ਜਦੋਂ ਪੰਜਵੀਂ 'ਚ ਚਲੇ ਗਏ ਤੇ ਪਹਿਲੀ ਕਲਾਸ ਦੀ ਕਿਤਾਬ ਨਹੀਂ ਪੜ੍ਹਦੇ। ਤੇ ਆਪਣੇ ਜੀਵਨ 'ਚ ਅਸੀਂ ਝਾਤੀ ਮਾਰ ਕੇ ਦੇਖੀ ਕਿ ਜਿਸ ਵੀ ਧਰਮ ਤੋਂ ਬਿਲੋਂਗ ਕਰਦੇ ਹਾਂ, ਅਸੀਂ ਉਸੇ ਧਰਮ ਦੀ ਪਹਿਲੀ ਪੁਸਤਕ ਲਈ ਔਰ ਉਹੀ ਆਪਣੇ ਜੀਵਨ ਭਰ 'ਚ ਪੜ੍ਹੀ ਜਾ ਰਹੇ ਹਾਂ। ਜੀਵਨ 'ਚ ਕਦੀ ਸਵਾਲ ਨਹੀਂ ਕੀਤਾ ਕਿ ਇਸ ਤੋਂ ਅਗਲੀ ਪੁਸਤਕ ਕਦੋਂ ਪੜ੍ਹਾਂਗੇ, ਇਸ ਤੋਂ ਅਗਲਾ ਗਿਆਨ ਸਾਨੂੰ ਕਦੋਂ ਮਿਲੇਗਾ, ਇਸ ਤੋਂ ਅਗਲੀ ਕੋਈ ਕਲਾਸ ਹੈ ਜਾਂ ਨਹੀਂ। ਜਿਹੜੀ ਕਲਾਸ 'ਚ ਬੈਠੇ ਹਾਂ ਉਹਨੂੰ ਹੀ ਲੈ ਕੇ ਉੱਥੇ ਅਸੀਂ ਖੁਸ਼ ਹੈਗੇ। ਪਰ ਜੀਵਨ 'ਚ ਅਸੀਂ ਕਿਉਂ ਨਹੀਂ ਸੋਚਦੇ ਕਿ ਉਸ ਤੋਂ ਅੱਗੇ ਅਗਾਂਹ ਪੁਸਤਕ ਹੈ। ਗੁਰਬਾਣੀ ਸਾਨੂੰ ਹੋਰ ਕੁਝ ਸਮਝਾ ਰਹੀ, ਕੋਈ ਧਰਮ ਗ੍ਰੰਥ ਸਾਨੂੰ ਹੋਰ ਕੁਝ ਸਮਝਾ ਰਹੇ, ਉਹ ਗੱਲਾਂ ਨੂੰ ਵੀ ਪਾ ਲਈਏ, ਉਹ ਗੱਲਾਂ ਨੂੰ ਵੀ ਸਮਝ ਲਈਏ। ਜੀਵਨ ਦੇ ਵਿੱਚ ਬਹੁਤ ਸਿੱਖਣਾ ਜ਼ਰੂਰੀ ਹੈ, ਬਹੁਤ ਸਮਝਣਾ ਜ਼ਰੂਰੀ ਹੈ। ਜੋ ਅਸੀਂ ਛੱਡ ਚੁੱਕੇ ਹਾਂ, ਅਸੀਂ ਇਹ ਸਮਝ ਚੁੱਕੇ ਹਾਂ ਕਿ ਸਾਨੂੰ ਸਭ ਆ ਚੁੱਕਾ ਹੈ। ਜਿੰਨਾ ਗਿਆਨ ਹੈ ਉਹ ਸੰਪੂਰਨ ਹੈ। ਇਹਨਾਂ ਗੱਲਾਂ ਦੇ ਨਾਲ ਜੀਵਨ ਦੇ ਵਿੱਚ ਅਧਿਆਤਮਿਕ ਉન્નਤੀ ਨਹੀਂ ਹੋ ਸਕਦੀ, ਆਤਮਿਕ ਤਰੱਕੀ ਨਹੀਂ ਹੋ ਸਕਦੀ।